इंडिया के सरदार जिथे मेरे साढ़े पिंड थे वो मेरे कहने ते मेहरबानी की उसे तक पहुँच गए। कई दफ़ा जाके उन्होंने बड़े ये सरदार से बड़ी मुहब्बत रखते हैं। तो रियासत पटियाला शहर सनाम ठीक है। मज का जोड़ा सफ़र है ना सफ़र तो बड़ी गहराई है, अगर वो दसा ना बड़ा टाइम लग जाएगा, पर तुहानू मुक्तसर दसा ना वो ही बेहतर रहेगा। मुक्तसर जामिया जिदन मैं सियालकोट आया ना अच्छा उदन पूछो फिर दसांगा भी मज का सफ़र की है। ठीक है ना जी रही गल सवाल तुसी पूछा मज का सफ़र जी पहली दफ़ा अल्हम्दुलिल्लाह मैं दाढ़ी मुछनी ली थी। मैं 98 साढ़े जिले मुकाबला होया, मैं फर्स्ट आया उत्थे। जी 3 मझां लै गए, मुलाजम लै गए, मिनट एडा बड़ा वो पहले जिवें बंदा एक नॉर्मल हुंदा है। बस उस तो बाद फिर वो एक दफ़ा जितया सरकारी साढ़े एक DCO साहब आ लगे मंडी बहुदीन के, उन्होंने मुकाबले शुरू कर ले। फिर बाहर ज़िलियां जान लग पे 2002 ये ਜਿਹੜੇ ਆਪਣੇ ਜ਼ਿਲ੍ਹੇ ਨੂੰ ਛੱਡਦੇ ਇਹਦੇ 'ਚ 9 ਸਾਲ ਮੈਂ ਆਪਣੇ ਜ਼ਿਲ੍ਹੇ ਸਰਕਾਰੀ ਮੇਲੇ ਲੱਗਦੇ ਰਹੇ ਨੇ। 2006 7 8 9 ਚ ਵੀ 9 ਚ ਪਹਿਲਾ ਮੁਕਾਬਲਾ ਪੱਤੋ ਕੀ ਹੋਇਆ, ਸ਼ਬਾਜ਼ ਸ਼ਰੀਫ ਸਾਹਿਬ ਨੇ ਕਰਾਇਆ। ਉੱਥੇ ਮੈਂ ਗਿਆ ਜਿਹੜੇ ਆਪਣੇ ਜ਼ਿਲ੍ਹਿਆਂ ਚੋਂ ਫਸਟ ਆ ਰਿਹਾ ਥਾ ਜੀ ਬਈ ਜਿਹਦੇ ਚ 2002 ਚ ਲਾਹੌਰ ਫਸਟ ਆ ਗਈ। ਭਾਗ ਜਿਹੜਾ ਬਾਬਰ ਟੂਸਾਨ ਥਾ ਨਾ ਉਹਦੀ ਮਾਂ ਸੀ ਭਾਗ, ਉਹ ਲਾਹੌਰ ਫਸਟ ਆਈ। ਇਸ ਤੋਂ ਬਾਅਦ ਫਿਰ ਇੱਥੇ ਮੁਲਤਾਨ ਆਪਣੇ ਜ਼ਿਲ੍ਹੇ ਲੈਵਲ ਤੇ ਇਹ ਜਿਹੜਾ 30 ਕਿਲੋ ਦੀ ਰੱਟ ਸੀ ਨਾ ਇਹ ਅਲਹਮਦੁਲਿਲਾ ਇਸ ਡੋਗਰ ਕੈਟਲ ਫਾਰਮ ਤੋਂ ਸ਼ੁਰੂ ਹੋਈ। ਉਹ ਮੈਂ 30 ਕਿਲੋ ਕੱਲ ਕਰਦਾ ਸੀ, ਲੋਕ ਮਜ਼ਾਕ ਕਰਦੇ थे। ਉਹ ਵੀ ਸੱਚੇ थे ਵੀ ਜਿਨ੍ਹਾਂ ਨੇ ਜਦੋਂ 10 ਕਿਲੋ ਕੰਡੇ ਤੇ ਦੁੱਧ ਨਾ ਚੜੇ 30 ਕਿਲੋ ਬੜਾ ਔਖਾ ਕੰਮ ਹੁੰਦਾ ਹੈ। ਤੇ ਉਹ ਜਦੋਂ ਇਹ ਕੰਮ ਸ਼ੁਰੂ ਹੋਇਆ ਮੁਕਾਬਲਿਆਂ ਉਹ ਸਰਕਾਰੀ ਮੁਕਾਬਲਿਆਂ ਜਾਂਦੇ ਰਹੇ ਬਈ। ਉਹ 2006 ਜਿਵੇਂ ਆਇਆ 2007 ਚ ਮੱਝ ਨੇ 31 ਕਿਲੋ 100 ਗ੍ਰਾਮ ਬਹਾਵਲਪੁਰ ਰਿਆਸਤ ਕੀਤਾ। ਜੀ 2002 ਚ ਲਾਹੌਰ ਕੀਤਾ। ਫਿਰ ਇੱਥੋਂ ਇੱਕ ਆਪਣੇ ਜ਼ਿਲ੍ਹੇ 'ਚ ਅਲਹਮਦੁਲਿਲਾ ਇੱਕ ਇਹ ਥਾ ਵੀ ਪੂਰੇ ਸਾਡੇ ਜਿੰਨੇ ਸ਼ੌਕੀਨ ਥੇ ਜਿਹੜੇ ਆਪਣੇ ਆਪ ਨੂੰ ਬਰੀਡਰ ਕਹਿੰਦੇ ਨੇ ਉਹ ਸਾਰੇ ਇੱਕ ਦਫਾ ਮੁਕਾਬਲਿਆਂ 'ਚ ਬੜਾ ਜ਼ੋਰ ਇੱਕ ਬੜਾ ਸ਼ੋਰ ਪੈਂਦਾ ਰਿਹਾ। ਉਹ ਸਾਡੇ ਜ਼ਿਲ੍ਹੇ ਲੈਵਲ ਤੇ ਜਦੋਂ ਮੁਕਾਬਲਾ ਥਾ ਨਾ ਤੇ ਉਹ ਲੋਕ ਵੇਖਣ ਆਉਂਦੇ ਥੇ ਬਾਹਰਲੇ ਜ਼ਿਲ੍ਹਿਆਂ ਵਾਲੇ ਵੀ। ਇਸ ਤਰ੍ਹਾਂ ਦਾ ਇੱਕ ਜਜ਼ਬਾ ਤੇ ਇੱਕ ਜ਼ਿੱਦ ਇੱਕ ਦੂਸਰੇ ਨਾਲ ਹੈਗੀ। ਜੀ ਅਲਹਮਦੁਲਿਲਾ ਬੜੇ ਰਿਕਾਰਡ 30 ਤੋਂ ਉੱਤੇ ਕੀਤੇ ਨੇ। ਕੋਈ ਇੱਕ ਦਿਨ ਦੀ ਜੋ ਬੜੀ ਦਾਸਤਾਨ ਹੈ। ਜਦੋਂ ਫਿਰ ਪਹਿਲਾ ਮੁਕਾਬਲਾ ਪੱਤੋ ਕੀ ਹੋਇਆ ਉਸ ਟਾਈਮ ਚੈੱਕ ਦਿੱਤਾ ਤਾਂ ਸ਼ਬਾਜ਼ ਸ਼ਰੀਫ ਸਾਹਿਬ ਨੇ, ਜਿਵੇਂ ਖਿਲਾੜੀਆਂ ਨੂੰ ਨਹੀਂ ਦਿੰਦੇ ਵੀ ਜਿਹੜੇ ਮੱਝਾਂ ਦੇ ਸ਼ੌਕੀਨ ਜਿਹਦੀ ਮੱਝ ਫਸਟ ਆਵੇ ਉਹਨੂੰ ਚੈੱਕ ਦੇਣਾ ਹੈ। ਉਹ ਚੈੱਕ ਬਾਹਰ ਡੇਰੇ 'ਚ ਲੱਗ ਰਿਹਾ ਤੇ ਉੱਥੇ ਅਲਹਮਦੁਲਿਲਾ ਫਸਟ ਆਇਆ। ਫਿਰ 2013 'ਚ ਫਸਟ ਆਇਆ ਪੱਤੋ ਕੀ। ਇਸ ਤਰ੍ਹਾਂ 3 ਇਨਾਮ ਖੂਬਸੂਰਤੀ ਦੇ ਲਏ ਨੇ, 3 ਦੁੱਧ ਦੇ ਲਏ ਨੇ। 2015 'ਚ ਤੀਸਰੀ ਪੋਜੀਸ਼ਨ ਨੀਲੋ ਮੱਝ ਨੇ ਲਈ। 2015 'ਚ ਪਹਿਲੀ ਪੋਜੀਸ਼ਨ ਢੋਲੀ ਮੱਝ ਦੀ ਖੂਬਸੂਰਤ ਫਸਟ ਆਈ। ਇਸ ਤਰ੍ਹਾਂ ਵੀ ਮਲੰਗ ਮੱਝ ਮਸਤਾਨੀ ਤੇ ਇਹ ਚਮਕੀਲੀ ਇਹ ਇਸ ਤਰ੍ਹਾਂ ਦੀਆਂ ਰਹੀਆਂ। ਇਸ ਤੋਂ ਬਾਅਦ ਫਿਰ ਇੱਕ ਹੋਰ ਜ਼ਿਲ੍ਹਿਆਂ 'ਚ ਜਾਂਦੇ ਰਹੇ ਹਾਂ, ਉਹ ਬੜੀ ਦਾਸਤਾਨ ਇੱਕ। ਇਸ ਤੋਂ ਬਾਅਦ ਆ ਗਈ PDFA। ਪਹਿਲੇ DCFA ਬਣੀ, ਉਹਨਾਂ ਨੇ ਮੱਝਾਂ ਵੀ ਅਸੀਂ ਚੈੱਕ ਕਰਨੀਆਂ ਚੋਣੀਆਂ ਨੇ ਉਹਨਾਂ ਨੂੰ ਚੁਆ ਦਿੱਤੀਆਂ। ਇਸ ਤੋਂ ਬਾਅਦ ਮੱਝਾਂ ਚੁਆਈਆਂ PDFA ਨੂੰ। PDFA ਇੱਕ ਬਣੀ ਜਦ ਆਰਫ ਸਾਈ ਸਾਹਿਬ ਸਦਰ ਸਾਹਿਬ ਬਣੇ, ਉਹ ਸਦਰ ਬਣੇ, ਜਨਰਲ ਸੈਕਟਰੀ ਤਾਰਕ ਸੁਲਤਾਨ ਬਣਿਆ। ਉੱਥੇ ਮੱਝਾਂ ਦੀ ਚੁਆਈ ਉਹਨਾਂ ਨੇ ਕਿਹਾ ਜੀ ਜਿਵੇਂ ਗੋਰੇ ਨੇ ਬਾਹਰ ਕੀਤਾ ਹੈ ਨਾ ਬਈ ਗਾਂ ਦਾ ਦੁੱਧ ਵੇਖਦਾ ਹੈ ਵੀ ਸਾਲ ਦਾ ਕਿੰਨਾ ਦੁੱਧ ਕਰਦੀ ਹੈ, ਪਾਡੇ ਦਾ ਕਿੰਨਾ ਦੁੱਧ ਹੈ, ਉਹ ਉਹਨਾਂ ਨੇ ਕੀਤਾ ਜੀ ਅਸੀਂ 7 ਮਹੀਨੇ ਮੱਝਾਂ ਚੋਣਾ ਚਾਹੁੰਦੇ ਹਾਂ। ਉਹ ਬੜਾ ਇੱਕ ਮੱਝਾਂ ਵਾਲੇ ਗੱਲ ਸਮਝਣਗੇ, ਜਨਾਬ ਵੀ ਸਮਝਣਗੇ ਵੀ ਉਹ ਕਿੰਨਾ ਕੁ ਮੁਸ਼ਕਲ ਵਾਲਾ ਕੰਮ ਹੈ। ਮਾਈ ਤਾਂ ਇੱਕ ਜਦੋਂ ਮੇਲੇ ਤੇ ਜਾਂਦੇ ਆ ਨਾ ਸਾਡੇ ਸ਼ੌਕੀਨ ਤੇ ਉਹ ਇੱਕ ਮੇਲੇ ਜਾ ਕੇ 24 ਘੰਟਿਆਂ ਦਾ ਦੁੱਧ ਚੁਆ ਕੇ ਤੇ ਜਦੋਂ 7 ਮਹੀਨਿਆਂ ਦੀ ਲੱਗੀ ਨਾ ਉਹ ਬੜਾ ਇੱਕ ਗਹਿਰਾਈ ਦਾ ਕੰਮ ਥਾ। ਉਹ ਬਹੁਤ ਇੱਕ ਇਹ ਥਾ ਵੀ ਇੱਕ ਅਖੀਰ ਤੇ ਨਿਚੋੜ ਥਾ। ਉਹ ਕਿਵੇਂ ਨਿਚੋੜ ਥਾ 7 ਮਹੀਨੇ ਮੱਝ ਦੀ ਨਸਲ ਦਾ ਵੀ ਪਤਾ ਲੱਗਦਾ ਸੀ। ਉਹ ਕੀ ਪਤਾ ਲੱਗਦਾ ਸਾਡੇ ਲੋਕ ਸਵਾਲ ਕਰਦੇ ਨੇ ਯਾਰ ਮੱਝ ਮਿਲਦੀ ਕਿੰਨੀ ਦੇਰ ਕਿੰਨੇ ਮਹੀਨੇ ਮਿਲਦੀ ਹੈ। ਕੋਈ ਕਹਿੰਦੇ ਤੇ 3 ਮਹੀਨਿਆਂ ਬਾਅਦ ਖੱਗੜ ਹੋ ਜਾਂਦੀ ਹੈ ਜਿਹਨੂੰ ਤਰੋੜ ਆਪਾਂ ਕਹਿੰਦੇ ਆ, ਤੁਸੀਂ ਕੀ ਕਹਿੰਦੇ ਤਰੋਕੜ ਹੋ ਜਾਂਦੀ ਹੈ। ਉਹ ਲੋਕਾਂ ਦੇ ਬੇਸ਼ੁਮਾਰ ਸਵਾਲ ਥੇ। ਉਹ ਜਦੋਂ ਸਦਰ ਸਾਹਿਬ ਨੇ 7 ਮਹੀਨੇ ਦੀ ਚੁਆਈ ਸ਼ੁਰੂ ਕੀਤੀ ਨਾ ਆਰਫ ਸਾਈ ਸਾਹਿਬ ਨੇ, ਉਹ ਖੈਰ ਮੈਂ ਮੱਝਾਂ ਲੰਬੀ ਦਾਸਤਾਨ ਹੈ, ਉਹ ਮੱਝਾਂ 7 ਮਹੀਨੇ ਮੈਂ ਕਿਹਾ ਜੀ ਮੈਂ ਵੀ ਚੁਆਵਾਂਗਾ, ਹੋਰ ਦੋਸਤਾਂ ਨੇ ਵੀ ਚੁਆਈਆਂ। 7 ਮਹੀਨਿਆਂ ਜਿਹੜੀ ਮੱਝ ਅਲਹਮਦੁਲਿਲਾ
ਮੈਂ ਮੱਝਾਂ ਤਾਂ ਵੈਸੇ ਬਹੁਤ ਚੁਆਈਆਂ ਨੇ। 7 ਮਹੀਨਿਆਂ ਦੀ ਚੁਆਈ 'ਚ ਤਿੰਨੋਂ ਪੋਜੀਸ਼ਨਾਂ ਲਈਆਂ, ਪਹਿਲੀ, ਦੂਸਰੀ, ਤੀਸਰੀ ਔਰ 3-1-2-5 ਮੋਟਰਸਾਈਕਲ ਰੱਖੇ ਹੋਏ ਤੇ। ਉਹ 7 ਮਹੀਨੇ ਦੀ ਚੁਆਈ ਦੀ ਜਿਹੜੀ ਮੱਝ ਫਸਟ ਆ ਰਹੀ ਹੈ ਫਿਰਦੌਸੀ ਨੂੰ, ਉਹ 4 ਮਹੀਨੇ 2 ਦਿਨ ਦੀ ਪਹਿਲੇ ਸੂਈ ਹੋਈ ਸੀ। ਬਿਲਕੁਲ ਹੈ ਜੀ। ਉਹ 4 ਮਹੀਨੇ ਜਿਹਨੂੰ ਅਸੀਂ ਕਹਿੰਦੇ ਖੱਗੜ ਹੋ ਗਈ ਕਹਿੰਦੇ ਹੋ ਨਾ, ਉੱਥੇ ਲੋਕਾਂ ਦੀ ਬੇਸ਼ੁਮਾਰ, ਮੇਰੇ 7 ਮਹੀਨੇ ਚੁਆਣ ਨਾਲ ਬੇਸ਼ੁਮਾਰ ਲੋਕਾਂ ਦੇ ਸਵਾਲ ਵੈਸੇ ਹੱਲ ਹੋ ਗਏ ਨੇ ਬਗੈਰ ਪੁੱਛਣ ਤੋਂ। ਖਪਦਾ ਮੈਂ ਰਿਹਾ, ਜਿਹੜੇ ਨੀਲੀ ਤੇ ਰਾਵੀ ਲੋਕਾਂ ਨੇ ਡਾਂਗਾ ਚੁੱਕ ਕੇ ਮੱਝਾਂ ਮਗਰ ਫਿਰਦੇ ਸੀ ਨਾ, ਜਿਨ੍ਹਾਂ ਦਾ ਨਾਂ ਥਾ ਵੀ ਉਹ ਮੱਝਾਂ ਦੇ ਚਾਰਦੇ ਥੇ, ਉਹ ਪੀ ਮੈਨੂੰ ਕੱਟਣੀ ਪਈ, ਉਹਦੀ PhD ਜਿਹੜੀ ਕੀਤੀ ਉਹ ਮੈਨੂੰ ਕਰਨੀ ਪਈ। ਜਿਹੜੇ ਲੋਕ ਅੱਜ ਸਵਾਲ ਕਰਦੇ ਨੇ ਯਾਰ ਮੱਝ ਕਿੰਨੀ ਦੇਰ ਬਾਅਦ ਕਿੰਨੀ ਦੇਰ ਦੁੱਧ ਦਿੰਦੀ ਹੈ, ਕਿੰਨੀ ਦੇਰ ਬਾਅਦ ਨਸ ਜਾਂਦੀ ਹੈ, ਸਾੜੂ ਲੱਗਦਾ ਹੈ ਨਹੀਂ ਲੱਗਦਾ, ਮੱਝ ਮਿਲਦੀ ਹੈ ਨਹੀਂ ਮਿਲਦੀ, ਕਿੰਨੇ ਮਹੀਨੇ ਮਿਲਦੀ ਹੈ, ਕਿੰਨੇ ਮਹੀਨੇ ਬੱਚਾ ਲੈਂਦੀ ਹੈ ਨਹੀਂ ਲੈਂਦੀ, ਉਹ ਪੂਰਾ ਇੱਕ ਨਿਚੋੜ ਥਾ। ਉਹਦੇ ਚੇਂਜ ਹੋਇਆ ਵੀ 7 ਮਹੀਨੇ ਚੁਆਈ ਸ਼ੁਰੂ ਹੋ ਗਈ, 4 ਮਹੀਨੇ 2 ਦਿਨ ਪਹਿਲੇ ਸੂਈ ਹੋਈ, 7 ਮਹੀਨੇ ਉਹ ਚੋਈ ਗਈ। ਫਿਰਦੌਸੀ ਨੂੰ ਮੱਝ ਫਸਟ ਆਈ ਜਿਹੜੀ 4 ਮਹੀਨੇ 2 ਦਿਨ ਦਾ ਦੁੱਧ ਨਿਕਲ ਚੁੱਕਿਆ ਥਾ। ਉਹਨੇ ਦੁੱਧ ਕੀਤਾ 5600 ਕੁਝ ਕਿਲੋ, ਜਿਹੜੀ 27 ਲੀਟਰ ਦੀ ਐਵਰੇਜ ਆਈ ਹੈ ਉਸ ਮੱਝ ਦੀ। ਉਹਦੇ 'ਚ ਮੱਝ ਦੀ ਨਸਲ ਦਾ ਇੰਜ ਪਤਾ ਚੱਲਿਆ, ਉਹ ਬਾਬਰ 2 ਦੀ ਧੀ ਸੀ ਜਿਹੜੀ ਫਿਰਦੌਸੀ ਨੂੰ। 7 ਮਹੀਨੇ ਚੁਆਈ ਕੀਤੀ, 4 ਮਹੀਨੇ ਅਗਲੇ ਕਿੰਨੇ ਹੋ ਗਏ, 11 ਮਹੀਨੇ ਤਕਰੀਬਨ ਨਹੀਂ 11 ਮਹੀਨੇ। ਉਹ ਜਿਹੜੇ 11 ਦਿਨ 10 ਉੱਤੇ ਹਨ, ਉੱਤੇ 2 ਦਿਨ ਥੇ। ਉਹਦਾ ਨੈਟ ਤੇ ਬੱਚਾ ਲੱਗ ਚੁੱਕਿਆ था, ਇਸ ਕੋਲੋਂ ਸਾਨੂੰ ਪੂਰਾ ਪਤਾ था। ਅੱਛਾ, ਉਹ 7 ਨਿਚੋੜ ਕੇ ਨਿਕਲਿਆ 11 ਮਹੀਨਿਆਂ 'ਚ ਉਹ ਮੱਝ ਆਨ ਲੈਣ, ਹੱਤਾ ਕਿ ਇੰਡੀਆ ਨੇ, ਯੂਰਪ, ਅਰਬ ਨੇ, ਲੋਕਾਂ ਬਾਹਰ ਦੇ ਨੇ। ਜਿਹੜੇ ਦਿਨ ਮੇਰੀ ਚੁਆਈ ਹੁੰਦੀ ਸੀ ਨਾ, ਬਈ PDF ਆ ਕੇ ਕਰਵਾਉਂਦੀ ਸੀ, ਲੋਕ ਛੁੱਟੀਆਂ ਕਰਕੇ ਸਕਰੀਨਾਂ ਤੇ ਲਾ ਕੇ ਆਨਲਾਈਨ ਦੇਖਦੇ ਸੀ, ਕਰੋੜਾਂ ਲੋਕ। ਉਹ ਮੱਝ ਨੇ, ਸਾਰੀਆਂ ਮੱਝਾਂ ਨੇ, ਇੱਕ ਦਿਨ ਕਿਸੇ ਮੱਝ ਨੇ ਬੱਚੇ ਲੱਤ ਨਹੀਂ ਚੁੱਕੀ। ਇਹ ਬੜੀ ਤਵੱਜੋ ਤਲਬ ਗੱਲ ਹੈ ਜਨਾਬ ਦੀ। 11 ਮਹੀਨੇ ਚਾਚਾ ਜੀ, 11 ਮਹੀਨੇ ਮੱਝ ਨੇ ਲੱਤ ਨਹੀਂ ਚੁੱਕੀ। ਕੋਈ ਸਾੜੂ ਮੂੰਹ ਸਾਡੇ ਮੈਂ ਦੱਸਣਾ, 11 ਮਹੀਨੇ ਉਹਨੇ ਬੱਚੇ ਨੂੰ ਇੱਕ ਡੰਗ ਵੀ ਨਹੀਂ ਹਿਲਾਇਆ। ਇਹ ਦੋਸਤਾਂ ਤੱਕ ਗੱਲ ਪਹੁੰਚੇ, ਠੀਕ ਹੈ। 11 ਮਹੀਨੇ ਉਹਨੇ ਲੱਤ ਨਹੀਂ ਚੁੱਕੀ, 11 ਮਹੀਨੇ ਉਹਨੇ ਕੋਈ ਮੂੰਹ ਸਾੜੀ, ਕੋਈ ਸਾੜੂ ਨਹੀਂ ਕੀਤਾ। 11 ਮਹੀਨੇ ਮੱਝ ਨੇ ਅਲਹਮਦੁਲਿਲਾ ਜਿਹੜਾ ਦੁੱਧ ਕੀਤਾ ਹੈ ਐਂਡ ਵਾਲੀ ਚੁਆਈ 'ਚ, ਬਈ 11ਵੇਂ ਮਹੀਨੇ ਉਹ 25 ਲੀਟਰ ਦੇ ਕਰੀਬ ਥਾ। ਉਹ ਮੱਝ ਫਸਟ ਆ ਰਹੀ ਹੈ, ਅਰੂਜ ਮੱਝ ਦੂਸਰੀ ਪੋਜੀਸ਼ਨ ਲੈ ਰਹੀ ਹੈ, ਨਾਦਰਾ ਤੀਸਰੀ ਲੈ ਰਹੀ ਹੈ। ਇਹ ਅਲਹਮਦੁਲਿਲਾ ਇੱਕ ਮੇਰੇ ਵਾਸਤੇ ਉਸ ਟਾਈਮ ਇੱਕ ਨਿਚੋੜ ਥਾ ਕਿ ਬਈ ਮੱਝ ਹੁਣ ਅਗਰ 7 ਮਹੀਨੇ ਚੁਆਈ ਤਾਂ ਕਰਾ ਰਹੇ थे, ਅਗਰ ਇੱਕ ਦਫਾ ਹਲ ਜਾਣ ਉਹਨੂੰ ਕੱਟੀ ਜਾਣਾ था। PDF ਨੇ ਕੱਢ ਕੇ ਪਰਾ ਮਾਰਨੀ ਸੀ ਵੀ ਮੱਝ ਅਸੀਂ ਕੀ ਕਰਨਾ ਹੈ, ਇਹ ਤਾਂ ਕੱਟੀ ਗਈ। ਉਹ ਉਸ ਟਾਈਮ ਇੱਕ ਇਮਤਿਹਾਨ ਥਾ, ਉਹ ਤਲਵਾਰ ਦੇ ਉੱਤੇ ਲਟਕੇ ਹੋਏ थे, ਕੜਾ ਇਮਤਿਹਾਨ। ਹਾਂ, ਬਹੁਤ ਉਹ ਇੰਜ ਕਰਿਓ, ਇਹ ਮੇਰੀ ਗੱਲ ਰਿਕਾਰਡ ਦੂਰ ਤੱਕ ਜਾਏਗੀ। ਉਹ ਜਿਹੜੇ ਮੱਝਾਂ ਚਾਹੁੰਦੇ ਨੇ ਨਾ ਤੁਹਾਡੇ ਸਿਆਲਕੋਟ ਵੀ, ਕਿ ਉਹਨਾਂ ਨੂੰ ਪੁੱਛਣਾ ਇਹ ਗੱਲ ਬਈ ਸੱਚੀ ਦੱਸਿਓ 11 ਮਹੀਨੇ ਕਿਸੇ ਮੱਝ ਨੇ ਪੈਰ ਚੁੱਕਿਆ ਨਹੀਂ ਚੁੱਕਿਆ। ਉਹ ਸਿਰਫ ਅਲਹਮਦੁਲਿਲਾ ਮੇਰੇ ਛੋਟੇ ਦੀ ਧੀ ਥੀ, ਉਹ ਨਸਲ ਦੇ ਉੱਤੇ ਉਹ ਅਲਹਮਦੁਲਿਲਾ ਸਾਬਤ ਕਦਮ ਰਹੀ ਹੈ ਮੱਝ। ਨਾ ਸਾੜੂ ਕੀਤਾ, ਨਾ ਇੱਕ ਡੰਗ ਚੁਕਾਇਆ। 11 ਮਹੀਨੇ ਮੱਝ ਨੇ 11ਵੇਂ ਮਹੀਨੇ 25 ਲੀਟਰ ਦੁੱਧ ਕਰੀਬ ਕੀਤਾ, ਤੇ ਜਿਹੜੀ ਨੇ 27 ਲੀਟਰ ਦੀ ਐਵਰੇਜ ਆਈ। 3 ਪੋਜੀਸ਼ਨਾਂ ਲੈ ਕੇ ਪੂਰੀ ਦੁਨੀਆ ਨੂੰ ਅਸੀਂ ਅਲਹਮਦੁਲਿਲਾ ਪੂਰੀ ਦੁਨੀਆ ਨੂੰ ਦਿਖਾ ਦਿੱਤਾ। ਉਹ ਬੜਾ ਇੱਕ ਨਿਚੋੜ ਥਾ। 18 ਮੱਝਾਂ ਵੀ ਮੈਂ ਚੁਆਈਆਂ ਨੇ ਇਸ ਦੌਰਾਨ। 11 ਮਹੀਨੇ ਅਗਰ ਚੁਆਈਆਂ ਗਿਣੀਆਂ, ਬਹੁਤ ਜ਼ਿਆਦੀਆਂ ਚੁਆਈਆਂ ਬਣਦੀਆਂ ਨੇ, ਜਿਹਦੇ 'ਚ ਪੈਰਣਾ ਮੱਝਾਂ ਵੀ ਚੁਆ ਦਿੱਤੀਆਂ, ਵੱਡੀਆਂ ਵੀ ਚੁਆ ਦਿੱਤੀਆਂ। ਇਸ ਦੌਰਾਨ ਸਾਲਾਨਾ ਐਲਾਨ ਵੀ ਮੇਲੇ ਦਾ ਕਰ ਦਿੱਤਾ ਸਾਈ ਸਾਹਿਬ ਨੇ, ਬਈ ਨਾਲ 7 ਮਹੀਨੇ ਇਹ ਚੁਆ ਕੇ, ਜਿਵੇਂ ਸਾਲ 'ਚ ਸਾਡੇ ਮੁਕਾਬਲੇ ਹੁੰਦੇ ਨੇ, ਉਹ ਸਾਲ ਤੇ ਐਲਾਨ ਵੀ ਕਰ ਦਿੱਤਾ। ਜਦੋਂ ਸਾਲ ਦਾ ਐਲਾਨ ਕੀਤਾ, ਉੱਥੇ ਵੀ ਅਲਹਮਦੁਲਿਲਾ ਇੱਥੇ ਫਿਰਦੌਸੀ ਨੂੰ ਤੇ ਅਰੂਜ ਤੇ ਨਾਦਰਾ ਫਸਟ ਆਈ। ਉੱਥੇ ਮੱਝ ਜਿਹੜੀ ਨਸੀਬ ਮੱਝ ਹੈ, ਉਹਨੇ 55 ਗ੍ਰਾਮ ਘੱਟ 30 ਲੀਟਰ ਦੁੱਧ ਕਰਕੇ ਉਹ ਵੀ ਫਸਟ ਆ। ਉਹਦਾ 3 ਲੱਖ ਰੁਪਏ ਇਨਾਮ ਦੀ ਗੱਲ ਨਹੀਂ ਸੀ, ਉਹਦਾ ਸਾਲਾਨਾ 3 ਲੱਖ था। ਤੇ ਇਹਦੀਆਂ 3 ਪੁੱਤਰੀਆਂ, 3 ਮੋਟਰਸਾਈਕਲ थे। ਉਹ ਅਲਹਮਦੁਲਿਲਾ ਗੱਲ ਆ ਨਹੀਂ, ਜਦੋਂ ਬੰਦਾ 4 ਦਫਾ ਇੱਕ ਬਰੀਡਰ 4 ਦਫਾ ਸਟੇਜ ਤੇ ਚੜੇ, ਉਹ ਬੜਾ ਇੱਕ
ਬਿਲਕੁਲ ਜਦੋਂ ਗੁਜਰਾਤ ਮੈਂ ਇਨਾਮ ਲੈ ਉਹ ਦਿੱਤੇ ਨੇ ਨਾ, ਉਹ ਜਿਵੇਂ ਉਹ ਇੱਕ ਉਹ ਕਰਾਚੀ 'ਚ ਹੈ, ਉਹ ਦਿਖਾਉਂਦੇ ਨੇ ਮੋਟਰਸਾਈਕਲਾਂ ਤੇ ਉਹ ਚੜਾ ਕੇ, ਬਿਲਕੁਲ ਜੀਤੋ ਪਾਕਿਸਤਾਨ। ਹਾਂ ਜੀਤੋ ਪਾਕਿਸਤਾਨ, ਉਸ ਤਰ੍ਹਾਂ ਬੜਾ ਇੱਕ ਅੱਲਾ ਨੇ ਇੱਜ਼ਤ ਸ਼ਾਨ ਦਿੱਤੀ। ਜੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਇਤਰਾਜ਼ ਕੀਤਾ ਜੀ ਪਹਿਲਣਾ ਮੱਝਾਂ ਘਰ ਦੀਆਂ ਚੁਆ, ਜਿਹੜੀਆਂ ਆਪਣੇ ਛੋਟੇ ਤੀਆਂ 15 ਮੱਝਾਂ ਪਹਿਲਣਾ ਚੁਆ ਦਿੱਤੀਆਂ, ਉਹਨਾਂ ਦੀਆਂ ਚੁਆਈਆਂ ਦਿਖਾਈਆਂ, ਵੱਡੀ ਮੱਝਾਂ ਦੀਆਂ ਦਿਖਾਈਆਂ। ਇਸ ਤੋਂ ਬਾਅਦ ਜਿਸ ਟਾਈਮ ਜਿਸ ਦੋਸਤ ਨੇ ਕਿਹਾ ਹੈ, ਜਦੋਂ ਭਾਈ ਨਾਦਰ ਆਪਣੇ ਜੋਟੇ ਦੀਆਂ ਧੀਆਂ ਕਰਨ, ਬੰਦੇ ਜਿਹੜਾ ਬਰੀਡਰ ਹੈ ਨਾ ਉਹਨੂੰ ਬੜਾ ਫਖਰ ਹੁੰਦਾ ਹੈ। ਮਲੰਗ ਦੀਆਂ ਧੀਆਂ ਅਲਹਮਦੁਲਿਲਾ ਪੈਦਾ ਕਰਾਈਆਂ ਨੇ, ਬਾਬਰ 1 ਦੀਆਂ ਧੀਆਂ ਪੈਦਾ ਕਰਾ ਕੇ ਚੁਆ ਦਿੱਤੀਆਂ, ਬਾਬਰ 2 ਦੀਆਂ ਧੀਆਂ ਚੁਆ ਦਿੱਤੀਆਂ, ਬਾਬਰ 3 ਦੀ ਧੀ ਹੁਣ ਸੂਈਆਂ ਨੇ, 4 ਝੋਟੀਆਂ, ਇੱਕ ਅਗਲੇ ਨੂੰ ਸੂਈ, ਅੱਜ ਕੋਈ ਥੋੜੇ ਦਿਨ ਹੋ ਗਏ ਨੇ, ਬਾਕੀ ਕੋਈ ਸੂਣ ਵਾਲੀਆਂ ਨੇ। ਇਹ ਤੁਹਾਨੂੰ ਸਾਰੀਆਂ ਦਿਖਾਵਾਂਗਾ, ਇਹ ਛੋਟੀ ਜੀ ਗੱਲ ਨਹੀਂ। ਇੱਕ ਅਲਹਮਦੁਲਿਲਾ ਜਿਹੜੀ ਸਭ ਤੋਂ ਬੜੀ ਮੇਰੇ ਵਾਸਤੇ ਫਖਰ ਵਾਲੀ ਗੱਲ ਹੈ, ਜਦੋਂ ਆਪਣੇ ਜੋਟੇ ਦੀ ਧੀ ਸੂ ਕੇ ਦੁੱਧ ਕਰੇ, ਬਰੀਡਰ ਨੂੰ ਬਹੁਤ ਬੜਾ ਫਖਰ ਹੁੰਦਾ ਹੈ। ਬਿਲਕੁਲ ਇਹ ਯਾਦ ਰੱਖੀ ਗੱਲ, ਅਸਲ ਚੀਜ਼ ਉਹ ਅਸਲ ਚੀਜ਼ ਹੈ। ਸਾਡੀ ਕੌਮ ਕਹਿੰਦੀ ਹੈ ਬੇਸ਼ੁਮਾਰ ਕਾਲਾਂ ਕਰਦੇ ਨੇ, ਯਾਰ ਤੇਰੀਆਂ ਮੱਝਾਂ ਦੁੱਧ ਕਰਦੀਆਂ ਨੇ, ਸਾਡੀਆਂ। ਉਹਦੇ 'ਚ ਬਹੁਤ ਬੜਾ ਇੱਕ ਖਜ਼ਾਨਾ ਹੈ, ਉਹਦੇ 'ਚ ਬਹੁਤ ਬੜੀ ਇੱਕ ਗਹਿਰਾਈ ਹੈ। ਜਦੋਂ ਹਮੇਸ਼ਾ ਇਹ ਕਦੇ ਜਿਹੜੇ ਦਨਾ ਲੋਕ ਨੇ, ਜਿਹੜੇ ਬਰੀਡਰ ਆਪਣੇ ਆਪ ਨੂੰ ਸਾਡੇ ਖਵਾਉਂਦੇ ਨੇ ਨਾ, ਇਹ ਉਹਨਾਂ ਲੋਕਾਂ ਨੂੰ ਪੁੱਛੋ ਵੀ ਛੋਟੇ ਦੀ ਧੀ ਜਿਹੜੀ ਹੈ ਨਾ, ਉਹ ਕਦੇ ਸਾੜੂ ਨਹੀਂ ਮਾਰੇਗੀ, ਕਦੇ ਆਵਾਜ਼ ਨਹੀਂ ਕੱਢੇਗੀ, ਕਦੇ ਪੂਰਾ ਸਾਲ ਦੁੱਧ ਦੇਗੀ, ਲੱਤ ਨਹੀਂ ਚੁੱਕੇਗੀ, ਉਹਦੇ ਤਲੇ ਕਿਲੋ ਦੁੱਧ ਜੋ ਬਚੇ ਨਾ ਚੁੱਕੇ, ਇੰਨੀਆਂ ਮਿੱਠੀਆਂ। ਉਸ ਝੋਟੇ ਦੀ ਜਿਹਦੀ ਮਾਂ ਵੀ ਇਸੇ ਤਰ੍ਹਾਂ ਦੀ। ਜਿਹੜੇ ਮੈਂ ਝੋਟੇ ਰੱਖੇ ਨੇ, ਜਿਹੜੇ ਮੈਂ ਦੱਸਣਾ, ਮਸਲਨ ਮਲੰਗ ਝੋਟਾ ਸੀ, ਉਹਦੀ ਮਾਂ ਹੋ ਗਈ ਬਾਬਰ 1, ਉਹਦੀ ਮਾਂ ਰਾਣੀ ਹੋ ਗਈ, ਇਹ ਬਾਬਰ 2 ਦੀ ਮਾਂ ਭਾਗ ਹੋ ਗਈ, ਬਾਬਰ 3 ਦੀ ਮਾਂ ਮੈਟਰੋਹੀਨੋ ਹੋ ਗਈ, ਰੁਸਤਮ ਜਿਹੜਾ ਬੱਚਾ ਹੈ ਇਹਦੀ ਮਾਂ ਮੈਟਰੋਹੀਨੋ ਹੋ ਗਈ, ਜਿਹੜਾ ਕਿੰਗ ਬੱਚਾ ਹੈ ਇਹਦੀ ਮਾਂ ਪਿਆਰੀ ਹੋ ਗਈ। ਇਹ ਉਹ ਮੱਝਾਂ ਨੇ ਜਿਹੜੀਆਂ ਮੈਂ ਦੱਸ ਰਿਹਾ, ਇਹ ਮੈਂ ਇਕੱਲਾ ਨਹੀਂ ਦੱਸ ਰਿਹਾ, ਪੂਰੀ ਦੁਨੀਆ ਜਾਣਦੀ ਹੈ ਨਾ ਮੱਝਾਂ। ਕੋਈ ਸ਼ੱਕ ਰਾਣੀ ਨੂੰ ਸਰਦਾਰ ਸਿਕੰਦਰ ਯਾਦ, ਸਾਡੇ ਉਸ ਟਾਈਮ ਦੇ ਸ਼ੌਕੀਨਾਂ ਨੇ ਚੋਈ। ਭਾਗ ਮੱਝ 2002 ਚ ਲਾਹੌਰ ਗਈ, ਉੱਥੇ ਫਸਟ, ਇਹਨੂੰ ਦੁਨੀਆ ਜਾਣਦੀ ਹੈ। ਮੈਟਰੋਹੀਨੋ ਜਿਹੜੀ ਬਾਬਰ 3 ਦੀ ਮਾਂ ਹੈ, ਇਹ 2013 ਚ ਫਸਟ ਆਈ, ਇਹਨੂੰ ਦੁਨੀਆ ਜਾਣਦੀ ਹੈ। ਮੈਂ ਜਿਹੜੀ ਫਿਰਦੌਸੀਨੋ ਇਹ 7 ਮਹੀਨਿਆਂ ਚ, ਜਿਹਦਾ ਬੱਚਾ ਰੁਸਤਮ ਹੈ, ਇਹ 7 ਮਹੀਨਿਆਂ ਚ ਜਿਹੜੀ ਫਸਟ ਆਈ ਹੈ, ਇਹਨੂੰ ਦੁਨੀਆ ਜਾਣਦੀ ਹੈ। ਪਿਆਰੀ ਮੱਝ ਨੇ 10ਵੇਂ ਸੂਏ, ਇਹ ਯਾਦ ਰੱਖ ਲਈ, 10ਵੇਂ ਸੂਏ ਪੌਣੇ 52 ਕਿਲੋ ਦੁੱਧ ਕੀਤਾ ਹੈ। ਕਿੰਨਾ ਕੀਤਾ ਹੈ? ਪੌਣੇ 52। ਪਹਿਲੀ ਚੁਆਈ ਕਰਾ ਰਹੀ ਹੈ, ਇਹ ਬੜੀ ਤੀਸਰੇ ਚੌਥੇ ਹੁੰਦੀ ਤੇ ਰਿਜ਼ਲਟ ਹੋਰ ਦੋ। ਉਹ ਜੇ ਤੀਸਰੇ ਹੁੰਦੀ ਨਾ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਤੀਸਰੇ ਹੁੰਦੀ, ਬਿਲਕੁਲ ਉਹ ਐਵੇਂ ਹੀ ਥਾ। ਉਹ ਸਾਡੇ ਤੁਸੀਂ ਤੇ ਚਲੋ ਹੁਣ ਸਮਝਦੇ ਹੋ ਨਾ ਇਹ ਗੱਲ ਨੂੰ, ਬਈ ਤੀਸਰੇ ਆ ਕੇ ਕੀ ਹੋਣਾ ਥਾ। 10ਵੇਂ ਸੂਏ ਤੇ ਇੱਕ ਚੀਜ਼ ਜਾ ਕੇ ਤੇ ਐਵੇਂ ਨਾ 10ਵੇਂ ਸੂਏ ਚਾਚਾ ਅੱਛਾ ਆ ਗਿਆ 2025। ਇਹਦੇ ਦੌਰਾਨ ਬੜੀਆਂ ਮੱਝਾਂ ਚੁਆਉਂਦੇ ਰਹੇ। 2025 ਚ ਗਿਆ, ਕਮਲੀ ਮੱਝ ਫਸਟ ਆਈ ਹੈ, ਵਰਲਡ ਚੈਂਪੀਅਨ ਹੋਈ ਹੈ, 52 ਕਿਲੋ 385 ਗ੍ਰਾਮ ਦੁੱਧ ਕੀਤਾ ਹੈ। ਇਸ ਤੋਂ ਬਾਅਦ ਦੂਸਰੀ ਪੋਜੀਸ਼ਨ ਵੀ ਜਿਹੜੀ ਦੂਸਰੀ ਹੈ ਉਹਦੇ ਕੋਲੋਂ ਤੀਸਰੀ ਪੋਜੀਸ਼ਨ ਵੀ ਮੇਰੀ ਮੱਝ ਫਸਟ ਆਈ, ਤੀਸਰੀ ਪੋਜੀਸ਼ਨ ਲਈ ਹੈ 15 ਗ੍ਰਾਮ ਤੋਂ। ਵਰਲਡ ਚੈਂਪੀਅਨ ਵੀ, ਤੀਸਰੀ ਵੀ। ਜਿਹੜੀ ਪਿਆਰੀ ਮੱਝ ਖੂਬਸੂਰਤੀ ਚ ਫਸਟ ਆਈ ਆਪਣੀ, ਉਹ ਵੀ ਮੇਰੀ ਮੱਝ, ਉਹ ਬਾਬਰ 2 ਦੀ ਧੀ ਹੈ, ਉਹ ਖੂਬਸੂਰਤੀ ਚ ਫਸਟ ਆਈ। ਇਸ ਤੋਂ ਬਾਅਦ ਆ ਕੇ ਭਾਈਜਾਨ ਮੈਂ ਮੱਝਾਂ ਚੁਆ ਦਿੱਤੀਆਂ 8, ਮੇਲਾ ਲੜ ਕੇ 8 ਮੱਝਾਂ। ਇਹ ਜਿਹੜੀਆਂ ਮੈਂ ਜਨਾਬ ਨੂੰ ਦੱਸ ਰਿਹਾ ਨਾ, ਇਹ ਤੇ ਮਿੰਟ ਲੱਗ ਰਿਹਾ ਨਾ, ਗੱਲਾਂ ਐਵੇਂ ਦੱਸੀ ਜਾ ਰਿਹਾ, ਪਿੱਛੇ ਐਫਰਟ ਬਹੁਤ ਤਗੜੀ ਹੈ। ਬਹੁਤ ਇਹ ਜਿਹੜਾ ਰਿਕਾਰਡ ਦੱਸ ਰਿਹਾ ਨਾ, ਇਹ ਦੁਨੀਆ ਵੇਖੇਗੀ, ਦੁਨੀਆ ਨੇ ਪਹਿਲੇ ਵੇਖਿਆ ਹੈ। ਉਹ PDF ਨੇ ਚੁਆਇਆ। ਸਿਰਫ ਇੱਕ ਮੱਝ ਦਾ ਦੁੱਧ ਦੱਸਣਾ, ਉਹ ਦੋਸਤਾਂ ਨੂੰ ਸਮਝ ਆ ਜਾਏਗੀ। ਜਿਹੜੀ 10ਵੇਂ ਸੂਏ ਮੱਝ ਦੁੱਧ ਕਰ ਰਹੀ ਹੈ, ਪਹਿਲੀ ਚੁਆਈ 16.5 ਕਿਲੋ, ਦੂਸਰੀ ਚੁਆਈ ਕਰ ਰਹੀ ਹੈ 17,450 ਗ੍ਰਾਮ, 17,450 10ਵੇਂ ਸੂਏ। ਤੀਸਰੀ ਚੁਆਈ ਕਰ ਰਹੀ ਹੈ ਪੌਣੇ 18, 17,700। ਚੌਥੀ ਚੁਆਈ ਕਰ ਰਹੀ ਹੈ 17,100। ਅਗਲੀ ਚੁਆਈ ਕਰ ਰਹੀ ਹੈ 50 ਗ੍ਰਾਮ ਘੱਟ 17 ਲੀਟਰ। ਮੱਝ ਨੇ ਜਿਵੇਂ ਸਰਕਾਰੀ ਮੇਲੇ ਤੇ ਰਿਕਾਰਡ ਹੁੰਦਾ ਨਾ, ਇਸ ਤਰ੍ਹਾਂ ਕਰਕੇ PDF ਨੂੰ ਚੁਆਈਆਂ ਨੇ 5 ਚੁਆਈਆਂ। ਮੈਂ ਕਿ ਕਿਸੇ ਦੋਸਤ ਦੀ, ਬੰਦੇ ਕਹਿੰਦੇ ਨੇ ਨਾ ਹੁਜਤ ਨਾ ਰਵੇ, ਜਦੋਂ ਕੰਮ ਸਾਫ਼ ਸੁਥਰਾ ਕਰਨਾ ਹੈ ਨਾ, ਉਹਦੀ ਬੜੀ ਤਾਕਤ ਹੁੰਦੀ ਹੈ, ਸੱਚ 'ਚ ਬੜੀ ਤਾਕਤ ਹੁੰਦੀ ਹੈ। ਜਦੋਂ ਮੱਝਾਂ ਚੁਆਈਆਂ ਨੇ ਨਾ, ਮੱਝ ਨੇ 2 ਚੁਆਈਆਂ ਖਾਲੀ ਕਰਕੇ 3 ਚੁਆਈ ਦਾ ਦੁੱਧ ਹੋਇਆ ਪੌਣੇ 52 ਕਿਲੋ।
ਹੁਣ ਅਗਲੀ ਮੱਝ ਦਾ ਮੈਂ ਦੁੱਧ ਕੁੱਲ ਦੱਸੀਆਂ ਨਾ, ਜੀ ਇਹ 8 ਮੱਝਾਂ ਚੁਆਈਆਂ ਨੇ। ਮੱਝ ਰਾਣੀ ਨੇ ਕੀਤਾ 48 ਕਿਲੋ 100 ਗ੍ਰਾਮ, ਅਗਲੀ ਮੱਝ ਨੇ ਢੋਲੀ ਨੇ ਕੀਤਾ ਹੈ 47 ਕਿਲੋ 150 ਗ੍ਰਾਮ, 47 ਕਿਲੋ 100 ਗ੍ਰਾਮ ਅਗਲੀ ਨੇ, ਜਿਹੜੀਆਂ 8 ਚੁਆਈਆਂ ਨੇ 8 ਚੁਆਈਆਂ ਨੇ, 47 ਕਿਲੋ 100 ਗ੍ਰਾਮ, 45 ਕਿਲੋ 750 ਗ੍ਰਾਮ, 44 ਕਿਲੋ 43 43.5 ਕਿਲੋ ਅਗਲੀ ਮੱਝ ਨੇ। ਇਹ ਇੰਜ ਕਰਕੇ ਜਿਹੜਾ ਇਹ ਦੁੱਧ ਦੱਸ ਰਿਹਾ ਨਾ, ਇਹ ਦੱਸ ਤੇ ਮੈਨੂੰ ਲੱਗ ਰਿਹਾ ਇਹਦੇ ਚ ਬੜੀ ਇੱਕ ਨਸਲ ਤੇ ਉਹਦੀ ਬੜੀ ਇੱਕ ਤਾਕਤ ਜ਼ਰੂਰਤ ਹੈ। ਇਹ ਅਲਹਮਦੁਲਿਲਾ ਤੁਹਾਡੇ ਪਾਕਿਸਤਾਨ 'ਚ ਅੱਜ ਇਹ ਮੱਝਾਂ ਚੁਆ ਕੇ ਆਪਣੇ ਜਿਹੜੇ ਝੋਟੇ ਦੀਆਂ ਧੀਆਂ ਆ ਰਹੀਆਂ ਨੇ, ਹੁਣ ਤੁਹਾਨੂੰ ਬਾਬਰ ਤਰੀਕ ਦੀਆਂ ਧੀਆਂ ਦਿਖਾਣਾ, ਜਿਹੜੀ ਸੂਈ ਉਹ ਝੋਟੀ ਦਿਖਾਣੇ ਆ, ਤੇ ਅਲਹਮਦੁਲਿਲਾ ਹਮੇਸ਼ਾ ਪਹਿਲੇ ਵੀ ਚੁਆਉਂਦੇ ਰਹੇ ਆ, ਹੁਣ ਵੀ ਚੁਆਉਂਦੇ ਰਵਾਂਗੇ ਇਨਸ਼ਾਅੱਲਾ ਅੱਲਾ ਦੇ ਫਜ਼ਲੋ ਕਰਮ ਨਾਲ। ਇਹ ਇੱਕ ਨਹੀਂ, ਇਹ ਅਗਰ ਤੁਸੀਂ ਉਹ ਪੁੱਛਦੇ ਹੋ ਬੜੀ ਲੰਬੀ ਦਾਸਤਾਨ ਹੈ, ਅਗਰ ਦੱਸਾਂ ਤਾਂ ਤੁਹਾਡੇ ਟਾਈਮ ਬੜਾ ਲੱਗ ਜਾਏਗਾ। ਬਿਲਕੁਲ ਇਹ ਹੁਣ ਜਿਹੜੇ ਸਵਾਲ ਨੇ ਤੁਹਾਡੇ ਦਿਲ 'ਚ ਉਹ ਪੁੱਛ ਲਓ, ਜਾਂ ਇੱਥੇ ਕੁਝ ਜੋ ਪੁੱਛਣਾ ਉਹ ਪੁੱਛ ਲਓ, ਜਾਂ ਫਾਰਮ 'ਚ ਪੁੱਛ ਲੈਣਾ। ਜਿੱਦਣ ਕੋਈ ਲੰਬੀਆਂ ਗੱਲਾਂ ਨੇ ਉਹ ਸਿਆਲਕੋਟ ਦੇ ਇਕੱਠੇ ਕਰ ਲੈਣਾ, ਮੈਂ ਆ ਜਾਵਾਂਗਾ, ਮੈਂ ਦੱਸਾਂਗਾ। ਭਾਈ ਸਾਹਿਬ ਤੁਹਾਡੇ ਕੋਲ ਰੈਂਡਮ ਸਵਾਲ ਪੁੱਛਣੇ ਨੇ। ਜੀ ਜੀ ਪੁੱਛੋ। ਉਹਨਾਂ ਦਾ ਤੁਸੀਂ ਜਿੰਨਾ ਸਵਾਲ ਉਹਦਾ ਟਿਕਾ ਕੇ ਜਵਾਬ ਦੇਣਾ। ਦੱਸੋ, ਜੋ ਇਹ ਗੱਲ ਜ਼ਿਹਨ 'ਚ ਰੱਖਣਾ, ਜੋ ਤੁਹਾਡਾ ਦਿਲ ਕਰਦਾ ਹੈ, ਭਾਈ ਸਾਹਿਬ ਜੋ ਦਿਲ ਕਰਦਾ ਉਹ ਪੁੱਛ ਲੈਣਾ। ਕੋਈ ਐਸੀ ਮੱਝ ਹਾਂ। ਜਿਹਦੀ ਖੁਆਇਸ਼ ਕੀਤੀ ਹੋਏ, ਹੂੰ, ਪੈਸੇ ਵੀ ਕੋਲ ਹਾਂ। ਹੋਣ, ਮੱਝ ਵੀ ਸਾਹਮਣੇ ਹੋਏ, ਜੀ ਲੱਭੀ ਨਾ ਹੋਏ। ਉਹ ਇੱਥੋਂ ਬੜੀ ਪੁਰਾਣੀ ਗੱਲ ਹੈ, 2003 ਦੀ ਗੱਲ ਹੈ। ਅੱਛਾ ਹੁਣ ਨਹੀਂ, ਹੁਣ ਤਾਂ ਖੁਆਇਸ਼ ਅੱਲਾ ਨੇ ਨਾ ਉਹ ਪੈਦਾ ਕਰਾ ਦਿੱਤੀਆਂ। ਹੁਣ ਤੇ ਸਹੀ ਪੁੱਛੇ, ਜਿਹੋ ਜੀ ਮੱਝ ਅਸੀਂ ਸਾਡੇ ਸ਼ੌਕੀਨ, ਸਾਡੇ ਨੀਲੀ ਰਾਵੀ ਜਿਹਦਾ ਨਾਂ ਲੈਂਦੇ ਆ ਨਾ, ਸਾਡੇ ਸ਼ੌਕੀਨ ਕਹਿੰਦੇ ਨੇ ਇੱਥੇ ਸਿੰਘ ਹੋਵੇ, ਇੱਥੇ ਬੂਥੀ ਹੋਵੇ, ਇੱਥੇ ਪੁੱਠਾ ਹੋਵੇ, ਇੱਥੇ ਪੂਰੀ ਮੱਝ ਨੂੰ ਗਿਣਦੇ ਨੇ ਨਾ, ਉਹ ਅਲਹਮਦੁਲਿਲਾ ਘਰ ਹੀ ਪੈਦਾ ਹੋ ਸਕਦੀਆਂ ਨੇ। ਬਿਲਕੁਲ ਉਹ ਬਾਹਰੋਂ ਉਂਝ ਮਿਲਣਾ ਬਹੁਤ ਔਖਾ ਕੰਮ ਹੈ। ਜਿਹੜੀ ਮੱਝ ਘੜ ਕੇ ਬਣਾਉਣੀ ਹੈ ਨਾ, ਉਹ ਆਪਣੇ ਇੱਕ ਬੰਦੇ ਨੇ ਸਵਾਲ ਪੁੱਛਿਆ ਨਾ, ਯਾਰ 4 ਬਰੀਡਰ ਕਿਉਂ ਰੱਖੇ ਹੋਏ ਨੇ? ਮੈਂ ਫਿਰ ਉਹਨੂੰ ਦੱਸਿਆ ਕਿਉਂ ਰੱਖੇ ਨੇ 4 ਬਰੀਡਰ। ਸਵਾਲ ਤੇ ਆਉਂਦਾ ਹੈ ਨਾ, ਬਿਲਕੁਲ। ਬਰੀਡਰ ਦਾ ਇੱਕ ਬੜਾ ਹੁੰਦਾ ਵੀ 4 ਕਿਉਂ ਰੱਖੇ ਨੇ? ਜੇ ਮੱਝ ਆਪਣੀ ਮਰਜ਼ੀ ਦੀ ਬਣਾਉਣੀ ਹੈ ਨਾ, ਵੀ ਸਿੰਘ ਇੰਝ ਦਾ ਹੋਵੇ, ਕੰਨੀ ਇੰਝ ਦੀ ਤੇ ਹੋਵੇ, ਸੱਚੇ ਫਿਰ ਮੁਖਤਲਿਫ ਹੋਣੇ ਚਾਹੀਦੇ ਨੇ। ਉਹ ਜਦੋਂ ਤੱਕ ਨਹੀਂ ਹੋਣਗੇ, ਇੱਕ ਕਿਸਾਨ ਪੂਰੀ ਮੱਝ ਨੂੰ ਪੈਦਾ ਨਹੀਂ ਕਰ ਸਕਦਾ। ਕੋਈ ਨਾ ਕੋਈ ਕਮੀ ਹੁੰਦੀ ਹੈ। ਮੱਝ ਦਾ ਕੱਦ ਹੋਏਗਾ, ਆਰਡਰ ਨਹੀਂ ਹੋਏਗਾ, ਜੀ ਆਰਡਰ ਹੋਏਗਾ, ਦੁੱਧ ਨਹੀਂ ਹੋਏਗਾ। ਮੱਝ ਦਾ ਐਡਾ ਵੱਡਾ ਗੋਤਾਜ਼ਾਨ ਨੇ, ਜਿਹੜੇ ਬੰਦੇ ਕੀਤਾ ਉਹਨੂੰ ਪਤਾ ਹੈ। ਇਹ ਸਾਡੇ ਤੇ ਐਵੇਂ ਕਹਿ ਛੱਡਦੇ ਨੇ ਨਾ, ਜੇ ਪੂਰੀ ਮੱਝ ਨੂੰ ਗਿਣੀ ਹੈ ਨਾ, ਉਹ ਟਾਈਮ ਬੜਾ ਲੱਗ ਜਾਣਾ ਹੈ, ਬਿਲਕੁਲ ਬਹੁਤ ਜ਼ਿਆਦਾ ਟਾਈਮ ਲੱਗਣਾ ਹੈ। ਪੂਰੀ ਮੱਝ ਬਣਾਉਣਾ ਨਾ, ਉਹ ਇਹ ਚਲੇ ਜਾ ਪੁੱਤਰ ਪਰ ਛੱਡ ਬੰਦ ਕਰ ਦਵਾ। ਜੀ ਪੂਰੀ ਮੱਝ ਬਣਾਉਣਾ ਬਹੁਤ ਗਿਰਾਈ ਹੈ। ਇਹ ਸਾਡੇ ਖੁਸ਼ ਰਹਿੰਦੇ ਨੇ, ਇਹ ਕੰਨੀ ਇੱਥੇ ਹੋ ਗਈ, ਸਿਰ ਇੱਥੇ ਹੋ ਗਈ, ਇਹਨਾਂ ਗੱਲਾਂ ਨੂੰ ਛੱਡ ਦੇਣ ਸ਼ੌਕੀਨ। ਜੀ ਇਹ ਸਿਰ ਨੂੰ ਛੱਡ ਦੇਣ, ਕੰਨੀਆਂ ਨੂੰ ਛੱਡ ਦੇਣ, ਠੀਕ ਹੈ, ਉਹ ਖੂਬਸੂਰਤ ਹੋਣੀ ਚਾਹੀਦੀ ਹੈ। ਉਹ ਤਾਂ 4 ਚੰਦ ਲੱਗ ਜਾਣ। ਜਿਵੇਂ ਪਿਆਰੀ ਮੱਝ ਗਈ ਸੀ ਸਾਡੀ, ਉੱਥੇ ਖੂਬਸੂਰਤੀ ਫਸਟ ਆਈ ਹੈ, ਮੱਝ ਦੁੱਧ 'ਚ ਵੀ ਚੁਆਈਆਂ ਕਰਾਈਆਂ ਨੇ। ਅਸਲ ਕੀ ਹੈ, ਮੱਝ ਖੂਬਸੂਰਤ ਵੀ ਹੋਵੇ ਤੇ ਦੁੱਧ ਵੀ 30 ਲੀਟਰ ਤੋਂ ਉੱਤੇ ਹੋਵੇ, ਅਸਲ ਮੱਝ ਹੈ ਉਹ। ਪਰ ਉਸ ਤਰ੍ਹਾਂ ਬਣਦੀ ਨਹੀਂ। ਬਿਲਕੁਲ ਸਾਡੇ ਗੱਲਾਂ ਕਰਨਗੇ, ਸਾਡੇ ਸ਼ੌਕੀਨ ਕਹਿੰਦੇ ਨੇ, ਦੱਸਣਗੇ ਮੱਝ ਬਾਰੇ, ਐਂਡ ਕਰ ਦੇਣਗੇ, ਬਣਾ ਕੇ ਦਿਖਾਣੀ ਨਹੀਂ। ਇਹ ਨਾਜ਼ਰ ਸਾਹਿਬ ਗੱਲ ਸੁਣਨਾ ਵੀ ਗੌਰ ਨਾਲ, ਗੱਲੀ ਬਾਤੀ ਭਲਵਾਨ। ਇਹ ਗੱਲਾਂ ਬਾਤਾਂ ਨਾਲ ਭਲਵਾਨ ਨੇ। ਆਪਣੀ ਮੱਝ ਬਣਾ ਕੇ ਪੈਦਾ ਕਰਕੇ ਦਿਖਾਣੀ ਹੈ ਨਾ, ਉਹ ਬਹੁਤ ਔਖਾ ਕੰਮ ਹੈ। ਬਿਲਕੁਲ ਉਹਦੇ 'ਚ ਬਹੁਤ ਵੱਡਾ, ਮੇਰੇ ਤਾਂ ਚਿੱਟੇ ਕੱਪੜੇ ਨਹੀਂ ਦੇਖਣੇ, ਮੈਂ ਤੇ ਇਹਨਾਂ ਪਿੱਛੇ ਫਕੀਰ ਬਣਿਆ, ਮੈਂ ਤੇ ਇਹਨਾਂ ਪਿੱਛੇ ਇੰਜ ਬਈ ਉਹ ਬਹੁਤ ਜ਼ਿਆਦਾ ਇੱਕ ਗਹਿਰਾਈ 'ਚ ਗਿਆ। ਜੀ ਜਦੋਂ ਮੱਝ ਦੀ ਮੈਂ ਸੁਣਦਾ ਕਿਸੇ ਦੇ ਮੂੰਹ 'ਚੋਂ ਮੱਝਾਂ ਤੇ ਕੰਮ ਕਰ ਰਹੇ ਆ, ਮੈਂ ਯਕੀਨ ਕਰੋ ਬੜਾ ਹੱਸਦਾ। ਸਾਡੇ ਕਹਿੰਦੇ ਹੈ ਬੜੀ ਦੂਰ ਤੱਕ ਗੱਲ ਜਾਏਗੀ, ਮੇਰੀ ਗੱਲ ਯਾਦ ਰੱਖੀ। ਜੀ ਸਾਰੇ ਕਹਿੰਦੇ ਨੇ ਇੰਜ ਦੀ ਇੰਜ ਦੀ, ਇਹ ਮੂੰਹ ਨਾਲ ਤੇ ਜੋ ਮਰਜ਼ੀ ਕਹੀ ਜਾਈਏ, ਐਵੇਂ ਮੱਝ ਬਣਾ ਕੇ ਪੈਦਾ ਕਰਕੇ ਦਿਖਾਣੀ ਹੈ ਜਿਹੜੀ ਨਾ, ਇਹ ਪਲੇਟ 'ਚ ਰੱਖ ਕੇ ਦੇਣਾ ਬਹੁਤ ਦੂਰ ਹੈ। ਮੱਝ 30 ਕਿਲੋ ਦੁੱਧ ਵੀ ਕਰੇ ਤੇ ਕੱਦ ਵੀ ਪੂਰਾ ਹੋਵੇ, ਲੰਬਾਈ ਵੀ ਪੂਰੀ ਹੋਵੇ, ਮੱਝ ਦਾ ਆਰਡਰ ਅੱਗੇ ਕਿੰਨਾ ਹੋਵੇ, ਪਿੱਛੇ ਕਿੰਨਾ ਹੋਵੇ, ਅਗਾੜੀ 'ਚ ਕਿੰਨੇ ਕਿਲੋ ਦੁੱਧ ਹੋਵੇ, ਲੱਤ ਮੱਝ ਦੀ ਕਿੰਜ ਹੋਵੇ, ਪੁੱਠਾ ਕਿੰਜ ਹੋਵੇ, ਮੱਝ ਦੇ ਨੈਣ ਨਕਸ਼ ਕਿੰਜ ਹੋਣ। ਇਹ ਜਿਹੜੀ ਖੁਦਾ ਨੇ ਅੰਦਰ ਚਿੱਪ ਲਾਈ ਹੈ ਨਾ, ਮੱਝ ਤੇ ਅੱਖ ਤੇ ਨਿਗਾਹ ਪਵੇ, ਮੱਝ ਦੱਸੇ ਇਹਦੇ ਵਿੱਚ ਕੀ ਆ। ਮੈਂ ਅਲਹਮਦੁਲਿਲਾ ਬਈ ਮੱਝ ਤੇ ਅੱਖ ਜਾਵੇ ਨਾ, ਇਹ ਜਿਹੜੀ ਮੇਰੇ ਅੱਲਾ ਨੇ ਚਿੱਪ ਲਾਈ ਹੈ ਇੱਥੇ, ਇਹ ਬੜੀ ਦੱਸਦੀ ਹੈ ਇਸ ਮੱਝ ਦੇ ਅੰਦਰ ਕਸ਼ਿਸ਼ ਕੀ ਹੈ, ਇਹ ਕੀ ਕਰੇਗੀ ਕੀ ਨਹੀਂ ਕਰੇਗੀ। ਉਹ ਅਲਹਮਦੁਲਿਲਾ ਘਰੋਂ ਹੀ ਪੈਦਾ ਹੋ ਸਕਦੀਆਂ ਨੇ।
ਘਰੋਂ ਕਰਾਉਣ। ਅਸਲ ਮੱਝ ਹਰ ਟਾਈਮ ਮੁੱਲ ਨਹੀਂ ਲਈ ਜਾ ਸਕਦੀ।